ब्रेक तो बाद एक बार फिर करदा हाँ आप सब का हार्दिक स्वागत। ਅੱਜ ਦੇ ਸਪਿਰਚੁਅਲਿਟੀ ਸੈਗਮੈਂਟ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਆਨੰਦ ਸਾਹਿਬ ਜੀ ਦੀ ਵਿਆਖਿਆ ਲੈ ਕੇ ਹਾਜ਼ਰ ਹੁੰਦੇ ਨੇ ਗਿਆਨੀ ਸ਼ਰਨਜੀਤ ਸਿੰਘ ਜੀ, ਜਿਹੜੇ ਕਿ ਗੁਰਦੁਆਰਾ ਸਾਹਿਬ ਰॉ ਸਟਰੀਟ ਵੈਂਕੂਵਰ ਵਿੱਚ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਹਨ। ਇਸ ਪ੍ਰੋਗਰਾਮ ਦਾ ਮਕਸਦ ਹੈ ਕਿ ਸਾਨੂੰ ਸਮਝ ਆ ਸਕੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀਆਂ ਇਹ ਬਾਣੀਆਂ ਨੇ ਇਹ ਸਾਨੂੰ ਕੀ ਉਪਦੇਸ਼ ਕਰਦੀਆਂ ਨੇ। ਉਸ ਦੇ ਫਲਸਰੂਪ ਜੋ ਤੁਹਾਡੇ ਵੱਲੋਂ ਕਾਲਸ ਆ ਰਹੀਆਂ ਨੇ, ਜੋ ਤੁਹਾਡੇ ਵੱਲੋਂ ਫੀਡਬੈਕ ਆ ਰਹੀ ਹੈ, ਉਸ ਲਈ ਤੁਹਾਡੇ ਧੰਨਵਾਦੀ, ਕਿਉਂਕਿ ਤੁਹਾਡੀ ਫੀਡਬੈਕ, ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਦੇ ਤਹਿਤ ਹੀ ਅਸੀਂ ਪ੍ਰੋਗਰਾਮਸ ਦਾ ਆਧਾਰ ਬਣਾਉਂਦੇ ਹਾਂ। ਸੋ ਆਓ ਮੁੜ ਤੋਂ ਤੁਹਾਨੂੰ ਜੋੜਦੇ ਹਾਂ ਆਨੰਦ ਸਾਹਿਬ ਜੀ ਦੀ 21ਵੀਂ ਪੌੜੀ ਨਾਲ ਭਾਈ ਸਾਹਿਬ ਭਾਈ ਸ਼ਰਨਜੀਤ ਸਿੰਘ ਜੀ ਦੇ ਨਾਲ। ਜੀ ਆਨੰਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 21ਵੀਂ ਪੌੜੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਮਨੁੱਖ ਨੇ ਜਿਸ ਨੇ ਆਤਮਿਕ ਆਨੰਦ ਪ੍ਰਾਪਤ ਕਰਨਾ ਹੈ ਜੀ, ਉਸ ਦੇ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ 'ਚ ਵਸਾਏ। ਪਾਤਸ਼ਾਹ ਦੇ ਬਚਨ ਹਨ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਜੀ, ਸਨਮੁਖ ਹੋਵੇ ਦਾ ਭਾਵ ਹੈ ਸੁਰਖਰੂ ਹੋਣਾ, ਗੁਰੂ ਦੇ ਸਾਹਮਣੇ ਰਹਿਣਾ। ਜੀ, ਤੇ ਗੁਰੂ ਦੇ ਸਾਹਮਣੇ ਜਿਸਨੇ ਰਹਿਣਾ ਹੈ ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹ ਉਸ ਦਾ ਅੰਦਰਲਾ ਪਵਿੱਤਰ ਹੋਏ, ਤਾਂ ਹੀ ਗੁਰੂ ਦੇ ਸਨਮੁਖ ਹੋ ਸਕਦਾ ਹੈ। ਜੀ, ਜੇ ਮਨੁੱਖ ਦੇ ਅੰਦਰ ਖੋਟ ਹੈ ਤਾਂ ਖੋਟਾ ਮਨੁੱਖ ਗੁਰੂ ਦੇ ਸਾਹਮਣਾ ਕਿਵੇਂ ਕਰ ਸਕੇਗਾ। ਠੀਕ। ਸਤਿਗੁਰੂ ਨੇ ਜਿਸਨੇ ਗੁਰੂ ਦੇ ਸਾਹਮਣੇ ਰਹਿਣਾ ਹੈ, ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ, ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਆਤਮਾ ਕਰਕੇ, ਮਨ ਕਰਕੇ ਗੁਰੂ ਦੇ ਬਚਨਾਂ ਦੀ ਪਾਲਣਾ ਕਰੇ। ਹੋਵੇ ਤਾਂ ਸਨਮੁਖ ਸਿੱਖ ਕੋਈ, ਜੇ ਕੋਈ ਚਾਹੇ ਕਿ ਮੈਂ ਗੁਰੂ ਦੇ ਸਾਹਮਣੇ ਸੁਰਖਰੂ ਹੋ ਸਕਾਂ, ਕੋਈ ਮੇਰੇ ਅੰਦਰ ਖੋਟ ਨਾ ਰਹੇ, ਕਿਸੇ ਮਾੜੇ ਕੰਮ ਕਰਕੇ, ਲੁਕਵੇਂ ਖੋਟ ਕਰਕੇ ਮੈਨੂੰ ਸ਼ਰਮਿੰਦਗੀ ਮਹਿਸੂਸ ਨਾ ਕਰਨੀ ਪਏ, ਤਾਂ ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਜਿਉਂ ਰਹੇ ਗੁਰੂ ਨਾਲੇ, ਜੀ ਕਰਕੇ, ਮਨ ਕਰਕੇ ਗੁਰੂ ਦੇ ਨਾਲ ਰਹੇ। ਜੀ, ਗੁਰੂ ਦੇ ਨਾਲ ਰਹਿਣ ਦਾ ਭਾਵ ਹੈ ਗੁਰੂ ਦੇ ਬਚਨਾਂ ਨੂੰ ਸਤ ਸਤ ਕਰ ਮੰਨਣਾ। ਗੁਰਬਾਣੀ ਨੇ ਬੜੇ ਪਿਆਰੇ ਬਚਨ ਆਖੇ। ਸਤਿਗੁਰ ਕਹਿੰਦੇ ਨੇ, ਹੇ ਮੇਰੀ ਮਾਂ, ਮੈਂ ਇਹ ਗੱਲ ਪੱਕੀ ਕਰਕੇ ਬੰਨ ਲਈ ਆਪਣੇ ਪੱਲੇ ਕਿ ਜੋ ਮੇਰੇ ਪੂਰੇ ਗੁਰੂ ਨੇ ਬਚਨ ਕੀਤਾ ਉਸ ਨੂੰ ਮੈਂ ਆਪਣੇ ਪੱਲੇ ਬੰਨ ਲਿਆ, ਉਸ ਤੋਂ ਮੈਂ ਬਾਹਰ ਨਹੀਂ ਜਾਂਦਾ। ਸਤਿਗੁਰ ਕਹਿੰਦੇ ਨੇ, ਮਾਈ ਸਤ 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 ਹਰ ਸਤ ਸਤ ਸਾਧਾ, ਬਚਨ ਗੁਰੂ ਜੋ ਪੂਰੇ ਕਹਿਓ ਮੈਂ ਛੀਕ ਗਾਠਰੀ ਬਾਂਧਾ। ਜੋ ਮੇਰੇ ਪੂਰੇ ਗੁਰੂ ਨੇ ਬਚਨ ਕੀਤਾ ਹੈ ਉਸ ਨੂੰ ਮੈਂ ਸਤ ਸਤ ਕਰਕੇ, 6 ਵਾਰੀ ਸਤਿਗੁਰੂ ਨੇ ਸਤ ਸ਼ਬਦ ਵਰਤਿਆ, ਉਸ ਨੂੰ ਮੈਂ ਪੱਕਾ ਕਰਕੇ, ਸੱਚਾ ਜਾਣ ਕੇ, ਉਸ ਤੇ ਕੋਈ ਮੈਨੂੰ ਸ਼ੰਕਾ ਨਹੀਂ, ਕੋਈ ਮੈਨੂੰ ਮੇਰੇ ਮਨ 'ਚ ਭਰਮ ਭੁਲੇਖਾ ਨਹੀਂ। ਜੋ ਪੂਰੇ ਗੁਰੂ ਨੇ ਸਿੱਖਿਆ ਦਿੱਤੀ ਹੈ ਉਸ ਨੂੰ ਮੈਂ ਆਪਣੇ ਹਿਰਦੇ ਵਿੱਚ ਪੱਕਾ ਕਰਕੇ ਬਿਠਾ ਲਿਆ ਹੈ। ਤੇ ਸਤਿਗੁਰੂ ਕਹਿੰਦੇ ਨੇ, ਭਾਈ ਜਿਸਨੇ ਗੁਰੂ ਦੇ ਸੰਮੁਖ ਹੋਣਾ ਹੈ, ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ, ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਗੁਰੂ ਦੇ ਸਾਹਮਣੇ ਆਪਣਾ ਆਪਾ ਸਮਰਪਣ ਕਰ ਦੇਵੇ, ਜਿਉਂ ਰਹੇ ਗੁਰੂ ਨਾਲੇ, ਤੇ ਗੁਰ ਕੇ ਚਰਨ ਹਿਰਦੇ ਤੇ ਆਏ। ਗੁਰੂ ਦੇ ਸੋਹਣੇ ਚਰਨ ਕਮਲਾਂ ਨੂੰ ਆਪਣੇ ਮਨ ਵਿੱਚ ਵਸਾ ਲਏ। ਜੀ, ਇਹ ਸ਼ਬਦ ਜਿਹੜਾ ਹੈਗਾ ਜੀ, ਇਹਦੇ ਬਾਰੇ ਚਾਹਾਂਗਾ ਥੋੜ੍ਹਾ ਜਿਹਾ ਵਿਸਥਾਰ ਵਿੱਚ ਦੱਸੋ ਕਿ ਗੁਰੂ ਦੇ ਚਰਨਾਂ ਦੀ ਜਦ ਅਸੀਂ ਗੱਲ ਕਰਦੇ ਹਾਂ ਤਾਂ ਕੀ ਮਤਲਬ ਹੈ, ਕਿਉਂਕਿ ਇਹਦੇ ਬਾਰੇ ਵੀ ਅੱਜ ਅਸੀਂ ਦੇਖ ਰਹੇ ਹਾਂ ਕਿ ਅਸੀਂ ਕਈ ਥਾਵਾਂ ਉੱਤੇ ਗੁਰਦੁਆਰਾ ਸਾਹਿਬ ਵਿੱਚ ਪਾਲਕੀ ਸਾਹਿਬ ਦੇ ਕੋਲ ਜਾ ਕੇ ਸੰਗਤਾਂ ਜਿਹੜੀਆਂ ਨੇ ਉਹ ਪੀੜ੍ਹੀ ਨੂੰ ਦਬਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਜੀ ਗੁਰੂ ਸਾਹਿਬ ਦੇ ਚਰਨ ਇੱਥੇ ਹੈਗੇ ਨੇ। ਗੁਰੂ ਸਾਹਿਬ ਕੀ ਕਹਿ ਰਹੇ ਨੇ ਇਸ ਸ਼ਬਦ ਦੇ ਵਿੱਚ? ਜੀ ਬਿਲਕੁਲ, ਇਹ ਬੜੇ ਸਾਰੇ ਭੁਲੇਖੇ ਸਾਨੂੰ ਲੱਗੇ ਹੋਏ ਹਨ ਕਿਉਂਕਿ ਅਸੀਂ ਗੁਰਬਾਣੀ ਨੂੰ ਪਿਆਰ ਨਹੀਂ ਕੀਤਾ। ਜੀ, ਇਹ ਗੱਲ ਜ਼ਰੂਰ ਕਰਦੇ ਹਾਂ, ਅਰਦਾਸ ਵਿੱਚ ਰੋਜ਼ ਪੜ੍ਹਦੇ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਰ ਮੰਨਿਆ ਨਹੀਂ, ਕੇਵਲ ਲੋਕਾਂ ਨੂੰ ਸੁਣਾਉਣ ਤੇ ਜਾਂ ਆਪਣੇ ਆਪ ਗਾ ਲਿਆ, ਗਾਣ ਤੱਕ ਗੱਲ ਸੀਮਿਤ ਰਹਿ ਗਈ, ਮੰਨਣ ਤੱਕ ਨਹੀਂ ਆਈ। ਰਹਿਤ ਮਰਿਆਦਾ ਵਿੱਚ ਸਪਸ਼ਟ ਲਿਖਿਆ, ਜਿੱਥੇ ਗੁਰਦੁਆਰਾ ਸਾਹਿਬ ਦਾ ਪ੍ਰਸੰਗ ਹੈ ਕਿ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜੋ ਪੀੜਾ ਸਾਹਿਬ ਹੈ ਉਹਨੂੰ ਜਾ ਕੇ ਮੁੱਠੀਆਂ ਭਰਨੀਆਂ ਮਨਮਤ ਹੈ। ਕਿੰਨੀ ਸਪਸ਼ਟ ਗੱਲ ਲਿਖੀ ਹੋਈ ਹੈ, ਪਰ ਰਹਿਤ ਮਰਿਆਦਾ ਖਿਮਾ ਕਰਨਾ ਆਮ ਸੰਗਤਾਂ ਤੱਕ ਕੀ ਪ੍ਰਚਾਰਕਾਂ ਨੇ ਵੀ ਜ਼ਿਆਦਾਤਰ ਨੇ ਨਹੀਂ ਪੜ੍ਹੀ, ਪ੍ਰਬੰਧਕਾਂ ਨੇ ਨਹੀਂ ਪੜ੍ਹੀ। ਤੇ ਜੇ ਪ੍ਰਬੰਧਕ, ਪ੍ਰਚਾਰਕ, ਰਾਗੀ, ਗ੍ਰੰਥੀ, ਗਿਆਨੀ, ਹੋਰ ਸਾਰੇ ਜੇ ਇਹਨਾਂ ਨੂੰ ਰਹਿਤ ਮਰਿਆਦਾ ਦੇ ਬਾਰੇ ਨਹੀਂ ਪਤਾ ਤਾਂ ਆਮ ਸੰਗਤਾਂ ਨੂੰ ਕੀ ਪਤਾ ਹੋਵੇਗਾ। ਜੇ ਸਾਨੂੰ ਰਹਿਤ ਮਰਿਆਦਾ ਨਹੀਂ ਪਤਾ ਫਿਰ ਸਾਨੂੰ ਕੀ ਪਤਾ ਕਿ ਸਿੱਖੀ ਨਹੀਂ, ਅਸੀਂ ਗੁਰਦੁਆਰੇ ਜਾ ਕੀ ਕਰਨਾ ਹੈ। ਰਹਿਤ ਮਰਿਆਦਾ ਸਾਨੂੰ ਪੰਥਕ ਰਹਿਣੀ ਅਤੇ ਸ਼ਖਸੀ ਰਹਿਣੀ ਦੋਵਾਂ ਦੇ ਬਾਰੇ, ਸਾਨੂੰ ਆਪਣੀ ਸ਼ਖਸੀ ਰਹਿਣੀ ਤੇ ਪੰਥਕ ਦੋਵਾਂ ਦੇ ਬਾਰੇ ਦੱਸਦੀ ਕਿ ਭਾਈ ਬੰਦੇ ਦਾ, ਗੁਰਸਿੱਖ ਦਾ
ਆਮ ਜੀਵਨ ਕਿਵੇਂ ਤੇ ਉਹਦਾ ਪੰਥਕ ਜੀਵਨ ਕਿਵੇਂ ਹੈ। ਠੀਕ। ਤੇ ਉਹਦੇ ਵਿੱਚ ਗੁਰਦੁਆਰੇ ਦੇ ਟੌਪਿਕ ਅਧੀਨ ਲਿਖਿਆ ਹੋਇਆ ਹੈ ਕਿ ਪੀੜਾ ਸਾਹਿਬ ਨੂੰ ਗੁਰੂ ਦੇ ਚਰਨ ਜਾਣ ਕੇ ਮੁੱਠੀ ਭਰਨਾ ਮਨਮਤ ਹੈ। ਤੇ ਕਈ ਤਾਂ ਜਦੋਂ ਮਨਮਤ ਦੇ ਤਿਉਹਾਰ ਸਾਡੇ ਗੁਰਦੁਆਰਿਆਂ 'ਚ ਮਨਾਏ ਜਾਂਦੇ ਹਨ ਜੀ। ਤਾਂ ਉਦੋਂ ਫਿਰ ਜਦੋਂ ਰੱਖੜੀ ਦਾ ਤਿਉਹਾਰ ਆਉਂਦਾ ਹੈ ਜਾ ਕੇ ਗੁਰੂ ਸਾਹਿਬ ਦਾ ਜਿਹੜਾ ਪੀੜੇ ਸਾਹਿਬ ਨੇ ਆਪਣੇ ਮੰਜੀ ਸਾਹਿਬ ਜਿਹੜੀ ਹੈ ਉਹਨੂੰ ਜਾ ਕੇ ਰੱਖੜੀਆਂ ਬੰਨ੍ਹੀ ਜਾਂਦੀਆਂ ਨੇ। ਇਟ ਮੀਨਸ ਉਹਨੂੰ ਫਿਰ ਬਾਂਹ ਵੀ ਮੰਨ ਲਿਆ। ਇਹ ਬਿਲਕੁਲ ਮਨਮਤ ਹੈ। ਗੁਰਬਾਣੀ ਨੇ ਸਪਸ਼ਟ ਕੀਤਾ ਹੈ ਕਿ ਗੁਰੂ ਦੇ ਚਰਨ ਇਸ ਤਰ੍ਹਾਂ ਨਹੀਂ ਹਨ ਜੀ। ਗੁਰੂ, ਪਹਿਲੀ ਗੱਲ ਇਹ ਕਿ ਸਾਡਾ ਗੁਰੂ ਕੋਈ ਸਰੀਰ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਇਹ ਗੱਲ ਸਪਸ਼ਟ ਚੱਲਦੀ ਆ ਰਹੀ ਹੈ। ਗੁਰੂ ਨਾਨਕ ਨੇ ਆਖਿਆ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਨੇ ਆਪਣੇ ਸਰੀਰ ਨੂੰ ਗੁਰੂ ਨਹੀਂ ਆਖਿਆ, ਉਹਨਾਂ ਨੇ ਸ਼ਬਦ ਨੂੰ ਗੁਰੂ ਆਖਿਆ ਹੈ। ਤੇ ਗੁਰਬਾਣੀ ਵਿੱਚ ਜਿੱਥੇ ਗੁਰੂ ਦੇ ਚਰਨਾਂ ਦੀ ਗੱਲ ਆਈ ਹੈ ਉੱਥੇ ਪਰਮਾਤਮਾ ਦੇ ਚਰਨਾਂ ਦੀ ਗੱਲ ਵੀ ਆਈ ਹੈ। ਪਰਮਾਤਮਾ ਦੇ ਚਰਨਾਂ ਦਾ ਜ਼ਿਕਰ ਆਮ ਤੌਰ ਤੇ ਨਹੀਂ ਕੀਤਾ ਜਾਂਦਾ। ਗੁਰੂ ਦੇ ਚਰਨਾਂ ਦਾ ਜ਼ਿਕਰ ਜਿਹੜੇ ਸਾਡੇ ਸੋ ਕਾਲਡ ਲੋਕ, ਉਹ ਬੰਦੇ ਜੋ ਧਰਮ ਦੀ ਆੜ ਦੇ ਵਿੱਚ ਗੁਰੂ ਦੇ ਸ਼ਰੀਕ ਬਣ ਕੇ ਡੰਮ ਗੁਰੂ ਬਣੇ ਬੈਠੇ ਹਨ, ਦੇਹਧਾਰੀ ਗੁਰੂ ਬਣੇ ਬੈਠੇ ਹਨ, ਉਹ ਗੁਰੂ ਚਰਨਾਂ ਦਾ ਜ਼ਿਕਰ ਕਰਨਗੇ ਤੇ ਉਹਦੇ ਨਾਲ ਇਹ ਪ੍ਰਭਾਵ ਦਿੱਤਾ ਜਾਂਦਾ, ਸੰਦੇਸ਼ ਦਿੱਤਾ ਜਾਂਦਾ ਹੈ ਕਿ ਇਹ ਸਾਡੇ ਚਰਨਾਂ ਦੀ ਗੱਲ ਹੋ ਰਹੀ ਹੈ। ਜਦੋਂ ਕਿ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦਾਂ ਵਿੱਚ ਇਸ ਤਰ੍ਹਾਂ ਆਉਂਦਾ ਹੈ, ਜਿਵੇਂ ਸਤਿਗੁਰੂ ਕਹਿੰਦੇ ਨੇ ਹਰ ਹਰ ਚਰਨ ਹਿਰਦੈ ਉਰਤਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਪਰਮਾਤਮਾ ਦੇ ਚਰਨਾਂ ਨੂੰ ਮੈਂ ਆਪਣੇ ਮਨ 'ਚ ਵਸਾ ਲਿਆ। ਤੇ ਪਰਮਾਤਮਾ ਦੇ ਚਰਨ, ਗੁਰੂ ਦੇ ਚਰਨ ਇੱਕੋ ਹੀ ਗੱਲ ਹੈ, ਜਿਹਦਾ ਭਾਵ ਇਹ ਹੈ ਪਰਮਾਤਮਾ ਦਾ ਨਾਮ, ਗੁਰੂ ਦੀ ਸਿੱਖਿਆ, ਗੁਰੂ ਦਾ ਬਚਨ ਜੀਵਨ ਵਿੱਚ ਵਸਾ ਲੈਣਾ, ਹਿਰਦੇ 'ਚ ਵਸਾ ਲੈਣਾ। ਇੱਕ ਸ਼ਬਦ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਤੇ ਇੱਕ ਸ਼ਬਦ ਭਗਤ ਨਾਮਦੇਵ ਜੀ ਦਾ। ਇਹ ਦੋ ਸ਼ਬਦਾਂ ਵਿੱਚ ਸਾਰੇ ਸ਼ਬਦ ਤਕਰੀਬਨ ਮਿਲਦੇ ਜੁਲਦੇ ਨੇ ਤੇ ਥੋੜਾ ਥੋੜਾ ਫਰਕ ਹੈ, ਜਿਹਦੇ ਵਿੱਚ ਜਿੱਥੇ ਚਰਨਾਂ ਦੀ ਗੱਲ ਆਈ ਹੈ ਉੱਥੇ ਸ਼ਬਦ ਦੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਥੇ ਸ਼ਬਦ ਵਰਤਦੇ ਨੇ ਤੇ ਭਗਤ ਨਾਮਦੇਵ ਉੱਥੇ ਸ਼ਬਦ ਆਪਣਾ ਚਰਨ ਵਰਤਦੇ ਨੇ। ਭਗਤ ਨਾਮਦੇਵ ਦਾ ਸ਼ਬਦ ਹੈ ਆਪਣੇ ਹੇ ਮਾਲਕ ਤੇਰੇ ਸੋਹਣੇ ਚਰਨ ਮੇਰੇ ਮਨ 'ਚ ਵਸ ਜਾਣ, ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ, ਚਰਨ ਕਮਲ ਮੇਰੇ ਹੀਰੇ ਬਸੈ। ਗੁਰੂ ਅਮਰਦਾਸ ਜੀ ਕਹਿੰਦੇ ਨੇ ਤੇਰੀ ਭਗਤ ਨਾ ਛੋਡੋ ਕਿਆ ਕੋ ਕਹੈ, ਗੁਰ ਕੋ ਸ਼ਬਦ ਮੇਰੇ ਹੀਰੇ ਬਸੈ। ਉੱਥੇ ਸ਼ਬਦ ਹੈ, ਉੱਥੇ ਚਰਨ। ਇਹਦਾ ਮਤਲਬ ਸਪਸ਼ਟ ਹੈ ਕਿ ਗੁਰੂ ਸਾਹਿਬ ਜੀ ਚਰਨ ਅਤੇ ਸ਼ਬਦ ਇੱਕੋ ਹੀ ਗੱਲ ਵਰਤ ਰਹੇ ਨੇ। ਜਿਹਦੇ ਚਰਨ ਸ਼ਬਦ ਵਰਤਿਆ ਗਿਆ ਉਹਦਾ ਮਤਲਬ ਗੁਰੂ ਦਾ ਸ਼ਬਦ ਪਰਮਾਤਮਾ ਦੀ ਸਿਫਤ ਸਲਾਹ ਤੋਂ ਹੈ। ਸੋ ਇੱਥੇ ਵੀ ਇੱਕ ਸ਼ਬਦ ਹੋਰ ਸਪਸ਼ਟ ਕਰ ਦਿੰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 680 ਅੰਗ ਦੇ ਉੱਤੇ ਧਨਾਸਰੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ। ਪਾਤਸ਼ਾਹ ਕਹਿੰਦੇ ਨੇ ਕਿ ਮੇਰੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਜਾਣਾ ਹੀ ਪਰਮਾਤਮਾ ਦੇ ਚਰਨ ਵਸਨੇ ਹਨ। ਹਿਰਦੈ ਸ਼ਬਦ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਪੱਲੇ ਬੰਨ ਲਿਆ, ਇਹੀ ਮੇਰੇ ਮਨ ਵਿੱਚ ਪਰਮਾਤਮਾ ਦੇ ਗੁਰੂ ਦੇ ਚਰਨ ਵਸਨੇ ਹਨ। ਸੋ ਸਤਿਗੁਰੂ ਕਹਿੰਦੇ ਨੇ ਗੁਰ ਕੇ ਚਰਨ ਹਿਰਦੈ ਧਿਆਏ। ਗੁਰਸਿੱਖ ਹੁਣ ਚਰਨਾਂ ਤੇ ਹੋਣਾ ਕੀ ਹੋਏਗਾ, ਕੀ ਕਹੇਗਾ ਬੰਦਾ ਮੈਂ ਚਰਨ ਤੇ ਆ ਰਿਹਾ। ਇੱਥੇ ਹੈ ਧਿਆਉਣਾ, ਧਿਆਇਆ ਜਾਏਗਾ ਸ਼ਬਦ ਤੇ ਨਾਮ। ਪਰਮਾਤਮਾ ਦੇ ਨਾਮ ਨੂੰ, ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ 'ਚ ਮੁੜ ਮੁੜ ਕੇ ਚੇਤੇ ਰੱਖੇ, ਮੁੜ ਮੁੜ ਕੇ ਯਾਦ ਕਰੇ ਕਿ ਗੁਰੂ ਦਾ ਮੈਨੂੰ ਉਪਦੇਸ਼ ਹੈ ਜੋ ਹਲਾਹਲ ਸੋ ਪੀਵੇ ਬੋਰਾ, ਅੰਮ੍ਰਿਤ ਨਾਮ ਜਾਣੇ ਕਰ ਕੋਰਾ। ਮੈਂ ਅੰਮ੍ਰਿਤ ਨਾਮ ਨੂੰ ਛਕਣਾ ਤੇ ਜ਼ਹਿਰ ਨੂੰ ਤਿਆਗਣਾ ਹੈ। ਜੇ ਮੈਂ ਇੱਕ ਗਲਤ ਕੰਮ ਕਰਦਾ ਤਾਂ ਫਿਰ ਬੋਰਾ ਸਤਿਗੁਰੂ ਕਹਿੰਦੇ ਨੇ। ਸਤਿਗੁਰੂ ਕਹਿੰਦੇ ਨੇ ਕਿ ਆਓ ਸਿੱਖ ਸਤਿਗੁਰੂ ਕੇ ਪਿਆਰੋ, ਗਾਓ ਸੱਚੀ ਬਾਣੀ। ਇਹ ਉਪਦੇਸ਼ ਮੁੜ ਮੁੜ ਕੇ ਚੇਤੇ ਕਰਨਾ ਹੈ। ਇਹ ਹੈ ਧਿਆਉਣਾ ਨਾਮ ਨੂੰ, ਬਾਣੀ ਨੂੰ ਧਿਆਉਣਾ, ਗੁਰੂ ਦੇ ਚਰਨਾਂ ਨੂੰ ਧਿਆਉਣਾ। ਇਹ ਹੈ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਇਹ ਹੈ ਸ਼ਬਦ ਨੂੰ, ਚਰਨ ਨੂੰ ਧਿਆਉਣਾ। ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੇ ਸੰਭਾਲੇ। ਤੇ ਆਤਮਾ ਕਰਕੇ ਆਪਣੇ ਹਿਰਦੇ ਵਿੱਚ ਸੰਭਾਲ ਕਰੇ ਸ਼ਬਦ ਦੀ। ਜੇ ਸ਼ਬਦ ਦੀ ਗੁਰਸਿੱਖ ਸੰਭਾਲ ਕਰੇਗਾ ਉਹ ਪਖੰਡਾਂ ਵਿੱਚ ਨਹੀਂ ਪੈ ਸਕੇਗਾ। ਜਿਸ ਗੁਰਸਿੱਖ ਨੇ ਗੁਰੂ ਦੇ ਸ਼ਬਦ ਦੀ ਸੰਭਾਲ ਕੀਤੀ ਹੈ ਉਹ ਧਾਗਾ ਲੈਣ ਵਾਸਤੇ ਨਹੀਂ ਜਾ ਸਕੇਗਾ, ਉਹ ਤਵੀਤ ਲੈਣ ਨਹੀਂ ਜਾ ਸਕੇਗਾ, ਕਿਸੇ ਦਾ ਬੁਰਾ ਸੋਚ ਨਹੀਂ ਸਕੇਗਾ। ਸਤਿਗੁਰੂ ਕਹਿੰਦੇ ਅੰਤਰ ਆਤਮੇ ਸੰਭਾਲੇ। ਜਿੰਨੇ ਸਨਮੁਖ ਹੋਣਾ ਹੈ, ਜਿੰਨੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ, ਉਹਦੇ ਵਾਸਤੇ ਜ਼ਰੂਰੀ ਹੈ ਕਿ ਗੁਰੂ ਦੇ ਸ਼ਬਦ ਦੀ ਸੰਭਾਲ ਕਰੇ, ਗੁਰੂ ਦੇ ਬਚਨਾਂ ਤੋਂ ਆਕੀ ਨਾ ਹੋਵੇ, ਗੁਰੂ ਦੇ ਬਚਨਾਂ ਤੋਂ ਬਾਹਰ ਨਾ ਜਾਵੇ। ਜਿਵੇਂ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਫਰਮਾਨ ਕਰਦੇ ਨੇ ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਗੱਲ ਗੁਰੂ ਦੀ ਆਗਿਆ ਮੰਨਣ ਦੀ ਸੀ, ਪਰ ਅਸੀਂ ਹੋਰ ਕਰਮ ਕਾਂਡਾਂ ਵਿੱਚ ਹੋਰ ਪਾਸੇ ਲੱਗ ਗਏ ਹਾਂ। ਗੁਰੂ ਦੇ ਚਰਨ ਜਿਹੜੇ ਨੇ ਸਾਨੂੰ ਤਾਂ ਲੋਕਾਂ ਨੇ ਸੋ ਕਾਲਡ ਬਾਬਿਆਂ ਨੇ ਆਪਣੇ ਚਰਨਾਂ ਨੂੰ ਕੀ, ਹੋਰ ਪਹੋਰਿਆਂ ਨੂੰ ਕੀ,
ਟੱਟੀਆਂ ਨੂੰ ਕੀ ਉੱਥੇ ਤੱਕ ਸਾਨੂੰ ਮੱਥੇ ਟਿਕਾ ਦਿੱਤੇ ਹਨ ਤੇ ਅਸੀਂ ਉਹਨਾਂ ਜੁੱਤੀਆਂ ਨੂੰ ਮੱਥੇ ਟੇਕ ਰਹੇ ਹਾਂ ਤੇ ਇਹ ਸਾਡੀ ਅਗਿਆਨਤਾ ਸਾਡੀ ਕੌਮ ਦੀ ਗੁਰੂ ਦੇ ਸ਼ਬਦ ਸੰਭਾਲਣ ਤੱਕ ਅਸੀਂ ਨਾ ਜਾ ਸਕੇ। ਬਿਲਕੁਲ ਜੀ, ਇਹਦੇ ਵਿੱਚ ਜਿਹੜਾ ਤੁਸੀਂ ਗੁਰੂ ਕੇ ਚਰਨਾਂ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਇਹ ਬਾਬਾਡਮ ਜੋ ਫੈਲ ਰਿਹਾ ਉਸ ਦੇ ਕਈ YouTube ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਪੈਰ ਚਰਨ ਧੁਆ ਕੇ ਜੀ ਬੀਬੀਆਂ ਜਿਹੜੇ ਨੇ ਉਹ ਪੀ ਰਹੀਆਂ ਨੇ ਜਾਂ ਇਹੋ ਜਿਹੇ ਕਈ ਸਾਰੇ ਇਨਸੀਡੈਂਟ ਜਿਹੜੇ ਨੇ ਸਾਹਮਣੇ ਆਏ ਨੇ, ਜੀ। ਪਰ ਅਸੀਂ ਸਮਝ ਨਹੀਂ ਸਕੇ ਕਿ ਗੁਰੂ ਦੇ ਚਰਨ ਜਿਹੜੇ ਹੈਗੇ ਨੇ ਗੁਰੂ ਦਾ ਗਿਆਨ ਹੈ, ਬਿਲਕੁਲ ਗੁਰੂ ਨੂੰ ਜੋ ਮੱਤ ਹੈ ਉਸ ਨੂੰ ਆਪਣੇ ਜੀਵਨ ਵਿੱਚ ਬਣਾਉਣਾ ਹੈ। ਬਿਲਕੁਲ ਜੀ। ਜੀ ਤੇ ਦੂਜੀ ਅੱਗੇ ਸਤਿਗੁਰੂ ਕਹਿੰਦੇ ਨੇ ਜਿਸਨੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਉਹ ਕੀ ਕਰੇ, ਆਪ ਛੱਡ ਸਦਾ ਰਹਿ ਪਰਨਾ। ਠੀਕ। ਗੁਰ ਬਿਨ ਅਵਰ ਨਾ ਜਾਣੇ ਕੋਈ, ਆਪਣਾ ਆਪਾ ਛੱਡਣਾ ਹੈ। ਗੁਰੂ ਕਹਿੰਦੇ ਆਪਾ ਪਾਓ ਤਿਆਗ ਤੇ ਸਦਾ ਰਹਿ ਪਰਨੇ, ਪਰਨੇ ਦਾ ਪਾਓ ਆਸਰਾ। ਜੀ ਸਦਾ ਗੁਰੂ ਦੇ ਆਸਰੇ ਰਹੇ, ਨਾਮ ਦੇ ਆਸਰੇ ਰਹੇ, ਪਰਮਾਤਮਾ ਦੇ ਆਸਰੇ ਰਹੇ। ਆਪਾ ਛੱਡਣ ਦੀ ਗੱਲ ਸਤਿਗੁਰੂ ਕਹਿੰਦੇ ਨੇ, ਬਟ ਅਸੀਂ ਧਾਰਮਿਕ ਸਥਾਨਾਂ 'ਤੇ ਵੀ ਆਪਣਾ ਕਬਜ਼ਾ ਕੀਤਾ ਹੋਇਆ ਹੈ। ਜੀ ਅਸੀਂ ਗੁਰਦੁਆਰੇ ਜਾਂਦੇ ਹਾਂ, ਭਾਵੇਂ ਡੇਰੇ ਜਾਓ, ਗੁਰਦੁਆਰੇ ਜਾਓ, ਮੰਦਰ ਜਾਓ, ਮਸਜਿਦ ਜਾਓ, ਜਿੱਥੇ ਵੀ ਜਾਂਦਾ ਬੰਦਾ ਉਹ ਇਹੀ ਕਹਿੰਦਾ ਹੈ ਕਿ ਮੇਰਾ ਕਬਜ਼ਾ, ਮੇਰਾ ਹੋਲਡ ਹੋਵੇ ਇੱਥੇ। ਜੋ ਇੱਕ ਮਾੜੀ ਸੇਵਾ ਕਰਨ ਲੱਗ ਗਿਆ ਦੂਜੇ ਬੰਦੇ ਨੂੰ ਨੇੜੇ ਨਹੀਂ ਲੱਗਣ ਦਿੰਦਾ। ਜਿਹੜਾ ਗੁਰਦੁਆਰੇ ਜਾ ਕੇ ਇੱਕ ਸੇਵਾ ਕੋਈ ਕਰਨ ਲੱਗ ਜਾਂਦਾ ਦੂਜੇ ਬੰਦੇ ਨੂੰ ਉਹ ਹੀਨ ਸਮਝਦਾ ਹੈ ਤੇ ਉਹਨੂੰ ਨੇੜੇ ਨਹੀਂ ਲੱਗਣ ਦਿੰਦਾ ਉਸ ਸੇਵਾ ਤੇ। ਸਤਿਗੁਰੂ ਕਹਿੰਦੇ ਨੇ ਭਾਈ ਆਪਾਂ ਛੱਡਣਾ ਸੀ, ਪਰ ਅਸੀਂ ਗੁਰਦੁਆਰੇ ਜਾ ਕੇ ਜਿੱਥੇ ਸਿੱਖਣਾ ਸੀ ਉੱਥੇ ਵੀ ਜਾ ਕੇ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਬਿਲਕੁਲ ਜੀ, ਅਫਸੋਸ ਕਿ ਇਹ ਜਿਹੜੀ ਸੋਚ ਹੈ ਪ੍ਰਚਲਿਤ ਹੋ ਰਹੀ ਹੈ, ਲੇਕਿਨ ਸਮੇਂ ਦੇ ਨਾਲ ਜੋ ਅਗਿਆਨਤਾ ਹੈਗੀ ਸੀ ਉਹ ਖਤਮ ਹੋ ਰਹੀ ਹੈ ਤੇ ਬਹੁਤ ਸਾਰੇ ਅੱਜ ਅਸੀਂ ਦੇਖ ਰਹੇ ਹਾਂ ਕਿ ਨੌਜਵਾਨ ਖਾਸ ਤੌਰ 'ਤੇ ਜਿਹੜੇ ਸਾਡੇ ਹੈਗੇ ਨੇ ਪ੍ਰਚਾਰਕ ਜਾਂ ਧਾਰਮਿਕ ਬਿਰਤੀ ਵਾਲੇ ਲੋਕ ਜਿਹੜੇ ਨੇ ਅੱਗੇ ਆ ਰਹੇ ਨੇ ਤੇ ਇਸ ਸਿਲਸਿਲੇ ਨੂੰ ਅੱਗੇ ਚਲਾ ਰਹੇ ਨੇ ਕਿ ਨਹੀਂ, ਗੁਰੂ ਦੇ ਚਰਨ, ਗੁਰੂ ਦੀ ਸੋਚ ਜੋ ਹੈ ਇਸ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਹੋਰ ਗੱਲਬਾਤ ਕਰਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ। ਗਿਆਨੀ ਸ਼ਰਨਜੀਤ ਸਿੰਘ ਜੀ ਸਾਨੂੰ ਜੋੜ ਰਹੇ ਨੇ ਜੀ ਆਨੰਦ ਸਾਹਿਬ ਦੇ ਨਾਲ ਤੇ 21ਵੀਂ ਪੌੜੀ ਵਿੱਚ ਗੁਰੂ ਸਾਹਿਬ ਜੋ ਉਪਦੇਸ਼ ਕਰ ਰਹੇ ਨੇ ਉਸ ਸੰਬੰਧ ਵਿੱਚ ਬ੍ਰੇਕ ਤੋਂ ਪਹਿਲਾਂ ਅਸੀਂ ਸਰਵਣ ਕੀਤਾ। ਆਓ ਅੱਗੇ 22ਵੀਂ ਪੌੜੀ ਵਿੱਚ ਕੀ ਗੁਰੂ ਸਾਹਿਬ ਕਹਿ ਰਹੇ ਨੇ, ਲੇਕਿਨ ਇੱਕ ਤੁਕ ਰਹਿ ਗਈ ਸੀ 21ਵੀਂ ਪੌੜੀ ਦੀ, ਉਸ ਵਿੱਚ ਗੁਰੂ ਸਾਹਿਬ ਸਾਨੂੰ ਕੀ ਹਦਾਇਤ ਕਰਦੇ ਨੇ ਉਸ ਬਾਰੇ ਜਾਣਕਾਰੀ ਲੈਣੇ। ਜੀ ਭਾਈ ਸਾਹਿਬ। ਜੀ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪੌੜੀ 'ਚ ਬਖਸ਼ਿਸ਼ ਕੀਤੀ ਕਿ ਭਾਈ ਜਿਸ ਨੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਉਹਦੇ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਉਹ ਆਪਾ ਭਾਵ ਤਿਆਗ ਕੇ ਗੁਰੂ ਦੇ ਆਸਰੇ ਰਹੇ। ਜੀ। ਔਰ ਗੁਰੂ ਦੇ ਆਸਰੇ ਰਹਿਣਾ ਬੜੀ ਵੱਡੀ ਗੱਲ ਸੀ ਜੋ ਸਿੱਖਾਂ ਦੇ ਜੀਵਨ ਦੇ ਵਿੱਚ ਸੀ। ਸਿੱਖਾਂ ਨੇ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਜੀਵਿਆ ਤੇ ਜਿਨ੍ਹਾਂ ਨੇ ਜੀਵਿਆ ਉਹਨਾਂ ਨੇ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ। ਅੱਜ ਅਸੀਂ ਗੁਰੂ ਦਾ ਆਸਰਾ ਤਿਆਗ ਕੇ ਹੋਰ ਤਾਂ ਆਸਰੇ ਲੱਭਦੇ ਹਾਂ, ਪਰ ਗੁਰੂ ਦੇ ਆਸਰੇ ਅਸੀਂ ਨਹੀਂ ਰਹਿੰਦੇ। ਸਾਨੂੰ ਗੁਰੂ ਤੇ ਪਰਮਾਤਮਾ ਤੇ ਭਰੋਸਾ ਘੱਟ ਹੈ, ਹੋਰ ਲੋਕਾਂ ਤੇ ਭਰੋਸਾ ਜ਼ਿਆਦਾ, ਕਰਮ ਕਾਂਡਾਂ ਤੇ ਭਰੋਸਾ ਜ਼ਿਆਦਾ ਹੈ। ਰਾਈਟ। ਜਦ ਕਿ ਗੁਰੂ ਨੇ ਤਾਂ ਕਿਹਾ ਸੀ ਤਨ ਮਨ ਧਨ ਸਭ ਸੌਂਪ ਕੋ ਗੁਰ ਕੋ ਹੁਕਮ ਮੰਨਿਆ ਪਾਈਏ। ਸੋ ਉਹ ਹੁਕਮ ਜਿਹੜਾ ਸੀ ਉਸ ਨੂੰ ਮੰਨਣਾ ਤੇ ਫਿਰ ਹੀ ਅਸੀਂ ਪ੍ਰਾਪਤੀ ਕਰ ਸਕਦੇ ਹਾਂ, ਇਹ ਕਨਸੈਪਟ ਹੈਗਾ ਜੀ। ਇਹ ਸੀ, ਪਰ ਇਹ ਸਾਡੇ ਕੋਲ ਬੜੇ ਘੱਟ ਰੇਅਰ ਬੰਦੇ ਆ ਜਿਨ੍ਹਾਂ ਕੋਲ ਇਹ ਗੱਲ ਹੈ। ਗੁਰੂ ਬਿਨ ਅਵਰ ਨਾ ਜਾਣੇ ਕੋਈ, ਕਿੰਨੀ ਕਮਾਲ ਦੀ ਗੱਲ। ਪਾਸੇ ਕਹਿੰਦੇ ਨੇ ਗੁਰੂ ਤੋਂ ਬਿਨਾਂ ਕਿਸੇ ਹੋਰ ਦੇ ਨਾਲ ਕੋਈ ਮਤਲਬ ਨਹੀਂ ਉਹਦਾ। ਅੱਜ ਸਾਡਾ ਮਤਲਬ ਗੁਰੂ ਤੋਂ ਬਿਨਾਂ ਸਭ ਦੇ ਨਾਲ ਹੀ ਹੈ। ਕੋਈ ਹੋਰ ਖੁਸ਼ ਹੋਏ, ਗੁਰੂ ਸਾਡਾ ਖੁਸ਼ ਹੋਏ ਜਾਂ ਨਾ ਹੋਏ, ਪਰ ਲੋਕ ਨਾਰਾਜ਼ ਨਹੀਂ ਹੋਣੇ ਚਾਹੀਦੇ। ਲੋਕਾਂ ਦੇ ਨਾਲ ਮੇਰੀ ਵਿਗੜਨੀ ਨਹੀਂ ਚਾਹੀਦੀ, ਭਾਵੇਂ ਗੁਰੂ ਨਾਲ ਵਿਗੜੇ ਜਾਂ ਨਾ ਵਿਗੜੇ। ਪਾਤਸ਼ਾਹ ਕਹਿੰਦੇ ਗੁਰਸਿੱਖ ਦੇ ਜੀਵਨ ਦੇ ਵਿੱਚ ਇਹ ਜ਼ਰੂਰੀ ਗੱਲ ਸੀ ਕਿ ਉਹ ਗੁਰੂ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਕੋਈ ਮਤਲਬ ਨਾ ਰੱਖੇ, ਭਾਵੇਂ ਕਿ ਗੁਰੂ ਦੀ ਸਿੱਖਿਆ ਦੇ ਅਨੁਸਾਰ ਜੀਵੇ। ਜੇ ਗੁਰੂ ਦੇ ਬਚਨਾਂ ਚੱਲਦਿਆਂ ਹੋਇਆਂ ਦੁਨੀਆ ਦੇ ਰਿਸ਼ਤੇ ਟੁੱਟਦੇ ਨੇ ਤਾਂ ਟੁੱਟ ਜਾਣ ਤਾਂ ਕੋਈ ਗੱਲ ਨਹੀਂ। ਗੁਰੂ ਪਾਤਸ਼ਾਹ ਦੇ ਵਚਨ ਨੇ, ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਮਨਮੁਖਾਂ ਨਾਲ ਟੁੱਟੇ ਤਾਂ ਟੁੱਟੇ, ਪਰ ਗੁਰੂ ਨਾਲ ਨਾ ਟੁੱਟੇ। ਇਸ ਗੱਲ ਦੇ ਉੱਤੇ ਸਤਿਗੁਰੂ ਜ਼ੋਰ ਦਿੰਦੇ ਨੇ ਤੇ ਪਾਤਸ਼ਾਹ ਕਹਿੰਦੇ ਜੋ ਸਿੱਖ ਇਸ ਤਰ੍ਹਾਂ ਦਾ ਜੀਵਨ ਜਿਉਂਦਾ ਹੈ ਉਹ ਗੁਰੂ ਦੇ ਸਨਮੁਖ ਹੋ ਸਕਦਾ ਹੈ, ਗੁਰੂ ਦੀ ਖੁਸ਼ੀ ਦਾ ਪਾਤਰ ਬਣ ਸਕਦਾ ਹੈ। ਕਹੇ ਨਾਨਕ ਸੁਨੋ ਸੰਤੋ ਸੋ ਸਿੱਖ ਸਨਮੁਖ ਹੋਏ। ਅੱਗੇ 22ਵੀਂ ਪੌੜੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। 21ਵੀਂ ਪੌੜੀ ਦੇ ਵਿੱਚ ਸਨਮੁਖ ਦੀ ਗੱਲ ਕੀਤੀ ਹੈ ਤੇ 22ਵੀਂ ਪੌੜੀ ਦੇ ਵਿੱਚ ਮਨਮੁਖ ਦੀ ਗੱਲ ਕਰਦੇ ਹਨ, ਬੇਮੁਖ ਦੀ ਗੱਲ। ਬੇਮੁਖ ਉਹ ਮਨੁੱਖ ਹੈ ਜਿਸ ਨੇ ਆਪਣਾ ਮੂੰਹ ਗੁਰੂ ਤੋਂ ਦੂਜੇ ਪਾਸੇ ਕੀਤਾ ਹੈ, ਜੋ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਨਹੀਂ ਜਿਉਂਦਾ। ਪਾਤਸ਼ਾਹ ਕਹਿੰਦੇ ਉਹਦਾ ਜੀਵਨ ਕੈਸਾ ਹੈ, ਜੇ ਕੋ ਗੁਰ ਤੇ ਵੇਮੁਖ ਹੋਵੇ। ਜੇ ਕੋਈ ਮਨੁੱਖ ਆਪਣੇ ਮੂੰਹ ਨੂੰ ਗੁਰੂ ਤੋਂ ਦੂਜੇ ਪਾਸੇ ਕਰ ਲੈਂਦਾ ਹੈ, ਬਿਨ ਸਤਿਗੁਰ ਮੁਕਤ ਨਾ ਪਾਵੇ, ਉਹ ਗੁਰੂ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਹੁਣ ਇੱਥੇ ਮੁਕਤੀ ਦਾ ਜੋ ਮਤਲਬ ਹੈ
ਆਮ ਤੌਰ ਤੇ ਇਹੀ ਮੰਨਿਆ ਜਾਂਦਾ ਹੈ, ਲੋਕਾਂ ਨੇ ਇਹ ਗੱਲ ਚਲਾਈ ਹੋਈ ਹੈ ਜਾਂ ਮੰਨਦੇ ਨੇ, ਕਹਿੰਦੇ ਵਿਸ਼ਵਾਸ ਐਸਾ ਲੋਕਾਂ ਦਾ ਹੈ ਕਿ ਮਰਨ ਤੋਂ ਬਾਅਦ ਕੋਈ ਮੁਕਤੀ ਮਿਲਣੀ ਹੈ। ਜਦੋਂ ਬੰਦਾ ਮਰ ਜਾਏਗਾ ਤੇ ਅੱਗੇ ਜਾ ਕੇ ਉਹਨੂੰ ਸਵਰਗ ਮਿਲੇਗਾ ਜਾਂ ਨਵੀਂ ਜੂਨ ਮਿਲੇਗੀ, ਕੋਈ ਹੋਰ ਇਦਾਂ ਦਾ ਆਫਟਰ ਡੈਥ ਦੇ ਗੱਲਾਂ ਮੰਨੀਆਂ ਗਈਆਂ ਨੇ। ਪਰ ਗੁਰਬਾਣੀ ਨੇ ਐਸੀ ਗੱਲ ਨਹੀਂ ਮੰਨੀ। ਗੁਰਬਾਣੀ ਕਹਿੰਦੀ ਹੈ, ਅਸੀਂ ਆਮ ਤੌਰ ਤੇ ਸ਼ਬਦ ਪੜ੍ਹਦੇ ਹਾਂ ਪਰ ਪਤਾ ਨਹੀਂ ਕਿਉਂ ਸਾਨੂੰ ਇਹ ਵਿਸ਼ੇ ਭੁੱਲ ਜਾਂਦਾ ਹੈ। ਪਾਵਨ ਬਚਨ ਨੇ ਗੁਰਬਾਣੀ ਦੇ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਜਾਂ ਗੁਰਬਾਣੀ ਕਹਿੰਦੀ ਹੈ, ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਇਲਾ। ਜਾਂ ਸਤਿਗੁਰੂ ਦੇ ਪਾਵਨ ਬਚਨ ਨੇ ਭਗਤ ਬੇਣੀ ਜੀ ਕਹਿੰਦੇ ਨੇ, ਕਹਿ ਬੇਣੀ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਮੁਕਤੀ ਕਿੰਨੇ ਪ੍ਰਾਪਤ ਕੀਤੀ ਉਹਦੀ ਮੈਨੂੰ ਲੋੜ ਨਹੀਂ ਹੈ। ਮੈਨੂੰ ਹੁਣੇ ਗੁਰਮਤਿ ਦੀ ਜੋ ਮੁਕਤੀ ਉਹ ਹੈ ਗੁਰੂ ਦੇ ਭੈ ਵਿੱਚ ਰਹਿੰਦਿਆਂ ਹੋਇਆਂ ਔਗੁਣਾਂ ਤੋਂ, ਵਿਸ਼ੇ ਵਿਕਾਰਾਂ ਤੋਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਾ ਚੁਗਲੀ ਜੋ ਮਨੁੱਖ ਦੇ ਜੀਵਨ ਨੂੰ ਨਿਵਾਣ ਵੱਲ ਲੈ ਕੇ ਜਾਂਦੇ ਨੇ, ਇਹਨਾਂ ਸਾਰੇ ਔਗੁਣਾਂ ਤੋਂ ਖਲਾਸੀ ਹੋ ਜਾਣੀ ਹੀ ਗੁਰਸਿੱਖ ਦੀ ਗੁਰਮਤਿ ਦੀ ਮੁਕਤੀ ਹੈ। ਤੇ ਇਸ ਮੁਕਤੀ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਦੀ ਲੋੜ ਹੈ, ਗੁਰੂ ਦੇ ਗਿਆਨ ਦੀ ਲੋੜ ਹੈ, ਪਰਮਾਤਮਾ ਦੇ ਨਾਮ ਦੀ ਲੋੜ ਹੈ। ਸਤਿਗੁਰੂ ਕਹਿੰਦੇ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵੱਲ ਆਪਣਾ ਮੁਖ ਨਹੀਂ ਕੀਤਾ, ਗੁਰੂ ਦੀ ਸਿੱਖਿਆ ਨਹੀਂ ਮੰਨੀ, ਉਹ ਮਨੁੱਖ ਇਹਨਾਂ ਔਗੁਣਾਂ ਤੋਂ ਖਲਾਸੀ ਪ੍ਰਾਪਤ ਨਹੀਂ ਕਰ ਸਕਦਾ ਤੇ ਉਹਦੇ ਜੀਵਨ ਵਿੱਚ ਸੁਖ ਨਹੀਂ ਬਣ ਸਕਦਾ। ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੇ ਕੋਈ। ਫਿਰ ਸਤਿਗੁਰੂ ਦੁਬਾਰਾ ਰਿਪੀਟ ਕਰਦੇ ਨੇ, ਭਾਈ ਭਾਵੇਂ ਤੁਸੀਂ ਜਾ ਕੇ ਸਿਆਣਿਆਂ ਨੂੰ ਪੁੱਛ ਲਓ, ਜਿਹੜੇ ਧਰਮੀ ਬੰਦੇ ਨੇ ਜਾਂ ਜਿਨ੍ਹਾਂ ਦੇ ਕੋਲ ਨੌਲੇਜ ਹੈ, ਜਿਨ੍ਹਾਂ ਨੇ ਕੁਝ ਪ੍ਰਾਪਤੀ ਕੀਤੀ, ਉਹਨਾਂ ਨੂੰ ਪੁੱਛੋ ਜਾ ਕੇ, ਜੋ ਸੱਚੇ ਰੱਬ ਦੇ ਨਾਲ ਜੁੜੇ ਹੋਏ ਨੇ। ਪੁੱਛੋ ਵਿਵੇਕੀਆਂ ਜਾਏ, ਵਿਵੇਕੀਆਂ ਉਹਨਾਂ ਸਿਆਣਿਆਂ ਨੂੰ ਪੁੱਛੋ ਜਾ ਕੇ, ਉਹ ਵੀ ਦੱਸਣਗੇ ਕਿ ਭਾਈ ਹੋਰ ਥੈਂ ਕਿਸੇ ਹੋਰ ਥਾਂ ਤੋਂ ਮੁਕਤੀ ਪ੍ਰਾਪਤ ਨਹੀਂ ਹੋ ਸਕੀ ਗੁਰੂ ਤੋਂ ਬਿਨਾਂ। ਹੁਣ ਹੋਰ ਥੈਂ ਸ਼ਬਦ ਆਪਣੇ ਆਪ ਵਿੱਚ ਬੜਾ ਕੋਈ ਲੈ ਕੇ ਬੈਠਿਆ ਹੈ। ਹੋਰ ਥੈਂ ਉਹ ਕੁਝ ਵੀ ਹੋ ਸਕਦਾ, ਕੋਈ ਡੇਰਾ ਹੋ ਸਕਦਾ ਹੈ, ਹੋਰ ਥਾਂ ਕੋਈ ਆਪਣੀ ਮਨ ਦੀ ਮਤ ਹੋ ਸਕਦੀ ਹੈ, ਹੋਰ ਥਾਂ ਕੋਈ ਦੇਵੀ ਦੇਵਤੇ ਹੋ ਸਕਦੇ ਨੇ ਜਿਨ੍ਹਾਂ ਦੇ ਨਾਲ ਗੁਰਸਿੱਖ ਦਾ ਕੋਈ ਸੰਬੰਧ ਨਹੀਂ ਹੈ। ਜੇ ਗੁਰਸਿੱਖ ਉਹਨਾਂ ਕਰਮ ਕਾਂਡਾਂ ਨੂੰ ਤੀਰਥਾਂ ਦਾ ਇਸ਼ਨਾਨ ਸਮਝ ਲਓ, ਕਿਸੇ ਸਰੋਵਰ ਦਾ ਇਸ਼ਨਾਨ ਸਮਝ ਲਓ, ਉਹਦੇ ਨਾਲ ਜਾ ਕੇ ਮੇਰੇ ਪਾਪ ਕੱਟੇ ਜਾਣਗੇ, ਜੇ ਗੁਰਸਿੱਖ ਉਹਨਾਂ ਕਰਮ ਕਾਂਡਾਂ 'ਚ ਪਿਆ ਰਹੇ ਤਾਂ ਸਤਿਗੁਰੂ ਕਹਿੰਦੇ ਨੇ, ਭਾਈ ਭਾਵੇਂ ਇੱਕ ਨਹੀਂ ਐਸੇ ਹਜ਼ਾਰਾਂ ਕਰਮ ਕਰੀ ਚੱਲ, ਲੱਖਾਂ ਕਰੀ ਚੱਲ, ਤਾਂ ਵੀ ਤੇਰੇ ਜੀਵਨ ਵਿੱਚ ਆਤਮਿਕ ਆਨੰਦ ਨਹੀਂ ਬਣ ਸਕੇਗਾ, ਵਿਸ਼ੇ ਵਿਕਾਰਾਂ ਤੇਰੀ ਮੁਕਤੀ ਨਹੀਂ ਹੋ ਸਕੇਗੀ। ਪਾਵਨ ਬਾਣੀ ਦੇ ਬਚਨ ਨੇ, ਪਾਪ ਕਰੇ ਪੰਚਾਂ ਕੇ ਬਸਰੇ ਤੀਰਥ ਨਹਾਏ ਕਹੇ ਸਭ ਉਤਰੇ ਬਹੁਰ ਕਮਾਵੇਂ ਹੋਏ ਨਿਸੰਕ ਜੰਪੁਰ ਬਾਂਧ ਖੜੇ ਕਾਲੰਕ। ਜਿਨ੍ਹਾਂ ਦੇ ਅੰਦਰ ਖੋਟ ਹੈ, ਭਾਵੇਂ ਕਿੰਨੇ ਕਰਮ ਕਾਂਡ ਕਰੀ ਜਾਣ, ਗੁਰੂ ਦੀ ਸਿੱਖਿਆ ਤਿਆਗ ਕੇ ਉਹਨਾਂ ਦੇ ਜੀਵਨ ਵਿੱਚ ਸੁੱਖ ਨਹੀਂ ਬਣ ਸਕੇਗਾ। ਆਤਮਿਕ ਸੁੱਖ, ਮਨ ਦੀ ਖੁਸ਼ੀ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਜਿਉਣ ਦੇ ਨਾਲ ਬਣਨੀ ਹੈ। ਪਾਵੇ ਮੁਕਤ ਨਾ ਹੋਰ ਥੇ ਕੋਈ, ਪੁੱਛੋ ਵਿਵੇਕੀਆਂ ਜਾਏ, ਭਾਵੇਂ ਸਿਆਣਿਆਂ ਨੂੰ ਪੁੱਛ ਲਓ, ਉਹਨਾਂ ਨੇ ਵੀ ਇਹੀ ਗੱਲ ਦੱਸਣੀ ਹੈ। ਪਰ ਅੱਜ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਇਹ ਸ਼ਬਦ ਹੈ ਤੇ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਇਹਨਾਂ ਕਰਮ ਕਾਂਡਾਂ ਤੋਂ ਸਾਨੂੰ ਵਰਜਦੇ ਹਨ, ਉਹਨਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਉੱਤੇ ਹੀ ਅਸੀਂ ਕਰਮ ਕਾਂਡ ਜੋੜ ਦਿੱਤੇ ਹਨ। ਗੋਇੰਦਵਾਲ ਸਾਹਿਬ ਦੇ ਵਿੱਚ ਇੱਕ ਜਿਹੜੀ ਬਾਉਲੀ ਸਾਹਿਬ ਬਣਾਈ ਹੋਈ ਹੈ, ਜੋ ਗੁਰੂ ਸਾਹਿਬ ਨੇ ਬਣਾਈ ਤਾਂ ਇਸ ਕਰਕੇ ਸੀ ਕਿ ਪਾਣੀ ਦੀ ਕਿੱਲਤ ਦੂਰ ਕੀਤੀ ਜਾ ਸਕੇ। ਜਦੋਂ ਨਵੇਂ ਨਗਰ ਵਸਾ ਰਹੇ ਸੀ ਸਤਿਗੁਰੂ ਜੀ ਤਾਂ ਪਾਣੀ ਦੀ ਪ੍ਰੋਬਲਮ ਸੀ, ਉਹ ਦੂਰ ਹੋ ਸਕੇ। ਤੇ ਵੱਡੀ ਗੱਲ ਇਹ ਸੀ ਕਿ ਉਸ ਸਮੇਂ ਦੇ ਸਮਾਜ ਵਿੱਚ ਜੋ 4 ਵਰਨਾਂ ਵਿੱਚ ਹਿੰਦੁਸਤਾਨ ਵੰਡਿਆ ਹੋਇਆ ਸੀ, ਉਹ ਆਪਣਾ ਬ੍ਰਾਹਮਣ, ਸ਼ੂਦ, ਵੈਸ ਆਦਿਕ ਦੇ ਵਿੱਚ ਵੰਡਿਆ ਸੀ। ਇਹ ਐਸਾ ਸਿਸਟਮ ਸੀ ਕਿ ਲੋਕਾਂ ਨੂੰ ਉੱਚਾ ਨੀਚਾ ਜਾਤ ਪਾਤ ਵਿੱਚ ਵੰਡਿਆ ਗਿਆ ਸੀ। ਜਿਸ ਥਾਂ ਤੇ ਬ੍ਰਾਹਮਣ ਨੇ ਇਸ਼ਨਾਨ ਕੀਤਾ ਹੈ ਉੱਥੇ ਸ਼ੂਦਰ ਇਸ਼ਨਾਨ ਨਹੀਂ ਕਰ ਸਕਦਾ, ਖੱਤਰੀ ਇਸ਼ਨਾਨ ਨਹੀਂ ਕਰ ਸਕਦਾ। ਜਿੱਧਰੋਂ ਪਾਣੀ ਆ ਰਿਹਾ ਹੈ ਉੱਪਰ ਪਹਿਲਾਂ ਬ੍ਰਾਹਮਣ ਨੇ ਇਸ਼ਨਾਨ ਕਰਨਾ, ਫਿਰ ਵੈਸ਼ ਨੇ, ਫਿਰ ਖੱਤਰੀ ਨੇ, ਇਸ ਤਰ੍ਹਾਂ ਸਿਸਟਮ ਦੇ ਨਾਲ, ਤੇ ਸ਼ੂਦਰ ਸਭ ਤੋਂ ਲਾਸਟ ਦੇ ਵਿੱਚ। ਗੁਰੂ ਪਾਤਸ਼ਾਹ ਜਿਹੜੇ ਉਪਦੇਸ਼ ਕਰਦੇ ਨੇ, ਭਾਈ ਏਕ ਪਿਤਾ ਏਕਸ ਕੇ ਹਮ ਬਾਰਿਕ, ਇਸ ਕੋੜ ਨੂੰ, ਜਾਤ ਪਾਤ ਦੀ ਇਸ ਬਿਮਾਰੀ ਨੂੰ ਸਮਾਜ ਵਿੱਚੋਂ ਬਾਹਰ ਕੱਢਣ ਵਾਸਤੇ ਸਤਿਗੁਰੂ ਨੇ ਸਰੋਵਰ ਬਣਾਏ, ਬਾਉਲੀਆਂ ਬਣਾਈਆਂ, ਜਿਨ੍ਹਾਂ ਦਾ ਮਕਸਦ ਤਾਂ ਇਹ ਸੀ ਕਿ ਜਾਤ ਪਾਤ ਦਾ ਭੇਦਭਾਵ ਮਿਟੇ, ਸਾਰੇ ਅਸੀਂ ਇੱਕ ਸਮਾਨ ਆਪਣੇ ਨੂੰ ਸਮਝ ਸਕੀਏ। ਪਰ ਅੱਜ ਉਸ ਨੂੰ ਅਸੀਂ ਇਹ ਬਣਾ ਦਿੱਤਾ ਕਿ ਇੱਥੇ ਨਾਲੇ ਇਹ ਪੌੜੀਆਂ ਵੀ ਗਿਣ ਕੇ, ਭਾਵੇਂ ਉਹ ਛੋਟੀ ਕਰਨੀ ਜਾਂ ਵੱਡੀ ਕਰਨੀ ਪਈ, ਉਹ 84 ਗਿਣਤੀ ਪੂਰੀ ਕਰ ਦਿੱਤੀਆਂ। ਮੁਕਤੀ ਦਾ ਕੇਂਦਰ ਬਣਾ ਦਿੱਤਾ, ਬਜਾਏ ਇਹ ਕਿ ਜੋ ਸਿਧਾਂਤ ਸੀ ਉਸ ਨੂੰ ਸਮਝ ਸਕਦੇ ਕਿ ਜਾਤ ਪਾਤ ਦੇ ਕੋਡ ਜਿਹੜਾ ਗੁਰੂ ਸਾਹਿਬ ਨੇ ਖਤਮ ਕੀਤਾ ਸੀ, ਕੀ ਅੱਜ ਸਾਡੇ ਸਮਾਜ ਚੋਂ ਖਤਮ ਹੋ ਗਿਆ ਹੈ।
ਇਸ ਪਾਸੇ ਨਹੀਂ ਸੀ ਧਿਆਨ ਦਿੱਤਾ, ਲੇਕਿਨ ਉੱਥੇ ਅਸੀਂ ਕਿ ਇੱਕ ਵਾਰ ਅਸੀਂ ਜਪਜੀ ਸਾਹਿਬ ਦੀ ਪੌੜੀ ਕਰਕੇ ਆਪਣੇ ਆਪ ਨੂੰ ਮੁਕਤੀ ਪ੍ਰਾਪਤ ਕਰ ਲਾਂਗੇ, ਉਸ ਪਾਸੇ ਅਸੀਂ ਲੈ ਗਏ। ਬਿਲਕੁਲ। ਪਰ ਹੈਰਾਨੀ ਦੀ ਗੱਲ ਕਿ ਉੱਥੇ ਮੈਨੇਜਮੈਂਟ ਕਮੇਟੀ ਵੱਲੋਂ ਵੀ ਇਹੀ ਲਿਖ ਕੇ ਲਾਇਆ ਗਿਆ ਹੈਗਾ। ਜਾਂ ਐਕਚੁਅਲੀ ਉਹ ਜਿਹੜੇ ਮਾਫ ਕਰਨਾ ਮੈਨੂੰ, ਜਿਹੜੇ ਮੈਨੇਜਮੈਂਟ ਕਮੇਟੀ ਜਾਂ ਪ੍ਰਬੰਧਕ ਜਿਹੜੇ ਨੇ ਜੀ ਉਹਨਾਂ ਦਾ ਧਿਆਨ ਇਹ ਹੀ ਹੈ ਕਿ ਜੋ ਆਏ ਉਹ ਕੋਈ ਨਾ ਕੋਈ ਦੇ ਕੇ ਜਾਏ, ਕੋਈ ਇੱਥੇ ਗੁੱਸਾ ਹੋ ਕੇ ਨਾ ਜਾਏ। ਠੀਕ। ਜੇ ਗੁੱਸਾ ਹੋ ਕੇ ਚਲੇ ਸਾਡੀ ਗੋਲਕ ਕੱਟ ਜਾਣੀ। ਰਾਈਟ। ਔਰ ਇਹ ਬੜੀ ਵੱਡੀ ਤਰਾਸਦੀ ਸਾਡੀ ਹੈ ਕਿ ਗੁਰਦੁਆਰੇ ਸਾਡੇ ਅਮੀਰ ਹੁੰਦੇ ਜਾ ਰਹੇ ਨੇ, ਪਰ ਸਿੱਖੀ ਦੇ ਪੱਖੋਂ ਗੁਰਸਿੱਖ ਕੰਗਾਲ ਹੁੰਦੇ ਜਾ ਰਹੇ ਹਨ। ਗੁਰਦੁਆਰੇ ਨੇ ਸਾਨੂੰ ਸੇਧ ਦੇਣੀ ਸੀ, ਅਸੀਂ ਇਸ ਕਰਕੇ ਮਰੇ ਹੋਏ ਹਾਂ ਕਿ ਗੁਰਦੁਆਰਾ ਸਾਡਾ ਚੱਲੇਗਾ ਤਾਂ ਜੇ ਮਨਮਤ ਦੇ ਨਾਲ ਜੁੜਾਂਗੇ। ਜੇ ਅਸੀਂ ਕਿਸੇ ਨੂੰ ਸੱਚ ਦੀ ਗੱਲ ਦੱਸਤੀ ਤਾਂ ਸਾਡਾ ਗੁਰਦੁਆਰਾ ਪੱਟਾ ਵੇ ਜਾਣਾ। ਹਾਲਾਂਕਿ ਗੁਰਦੁਆਰਾ ਤਾਂ ਭਾਈ ਤਾਂ ਹੈ ਗੁਰਦੁਆਰਾ ਜੇ ਉੱਥੋਂ ਗੁਰੂ ਦੀ ਗੱਲ ਮਿਲੇ। ਗੁਰੂਦੁਆਰੇ ਹੋਏ ਸੋਝੀ ਪਾਏ ਸੀ, ਪਰ ਜੇ ਉਹ ਬੰਦੇ ਇੰਨੀ ਕੋਈ ਹਿੰਮਤ ਕਰੇ ਕਿ ਭਾਈ ਗੁਰਦੁਆਰੇ ਤੋਂ ਗੁਰੂ ਦੀ ਗੱਲ ਕੋਈ ਲੈ ਕੇ ਜਾਏ, ਫਿਰ ਤਾਂ ਕੋਈ ਗੱਲ ਬਣ ਸਕਦੀ ਹੈ। ਨਹੀਂ ਤਾਂ ਇਦਾਂ ਡਰ ਕੇ ਲਾਲਚ ਵਿੱਚ ਅਸੀਂ ਆਪ ਫਸੇ ਹੋਏ ਹਾਂ, ਗੁਰਦੁਆਰਿਆਂ ਨੂੰ ਵੀ ਲਾਲਚ ਦਾ ਕਾਰਨ ਹੀ ਬਣਾ ਕੇ ਬੈਠ ਗਏ ਹਾਂ। ਜੋ ਆਨੰਦ ਸਾਹਿਬ ਦੀ 21ਵੀਂ 22ਵੀਂ ਪੌੜੀ 'ਚ ਲਿਖਿਆ ਗਿਆ ਉਸ ਦੇ ਫਲਸਰੂਪ ਉਹੀ ਗੱਲ ਹੈ ਕਿ ਮਨਮਤ ਤੋਂ ਰੋਕਿਆ ਗੁਰੂ ਨੇ, ਤੇ ਅਸੀਂ ਉਹਨਾਂ ਚੀਜ਼ਾਂ 'ਚ ਹੀ ਫਸ ਕੇ ਗੁਰਦੁਆਰਿਆਂ ਵਿੱਚ ਇਹ ਸਭ ਕੁਝ ਕਈਆਂ ਥਾਵਾਂ ਦੇ ਉੱਤੇ ਚੱਲ ਰਿਹਾ ਹੈ। ਬਿਲਕੁਲ ਜੀ। ਰਾਈਟ। ਸੋ ਸਤਿਗੁਰੂ ਕਹਿੰਦੇ ਨੇ ਭਾਈ ਹੋਰ ਥਾਂ ਤੇ ਕਿਸੇ ਹੋਰ ਥਾਂ ਤੇ ਮੁਕਤੀ ਨਹੀਂ ਮਿਲ ਸਕਦੀ, ਭਾਵੇਂ ਤੂੰ ਗੁਰੂ ਸਾਹਿਬ ਦੇ ਨਾਮ ਦੇ ਨਾਲ ਜੋੜ ਲਵੇ ਜਾਂ ਕਿਸੇ ਹੋਰ ਚੀਜ਼ ਦੇ ਨਾਲ ਜੋੜ ਲਵੇ। ਸਗੋਂ ਗੁਰਬਾਣੀ ਦਾ ਇਹ ਉਪਦੇਸ਼ ਹੈ ਕਿ ਕਿਸੇ ਹੋਰ ਨਾਲ ਮੇਰਾ ਕੋਈ ਮਤਲਬ ਨਹੀਂ। ਐਸੇ ਕਮਾਲ ਦੇ ਬਚਨ ਨੇ ਗੁਰਬਾਣੀ ਦੇ। ਭਗਤ ਨਾਮਦੇਵ ਕਹਿੰਦੇ ਨੇ ਹੋ ਤੋ ਏਕ ਰਮਈਆ ਲੈ ਹੋ ਆਨ ਦੇਵ ਬਦਲਾਵਨ ਦੇ ਹੋ। ਮੈਂ ਤਾਂ ਇੱਕ ਪਰਮਾਤਮਾ ਨਾਲ ਜੁੜਦਾ, ਉਹਦੇ ਬਦਲੇ ਭਾਵੇਂ ਕੁਝ ਵੀ ਮੈਨੂੰ ਦੇਣਾ ਪਏ, ਹੋਰ ਦੇਵਤੇ ਮੈਂ ਵਾਪਸ ਛੱਡ ਦਿੰਦਾ, ਮੈਨੂੰ ਉਹਨਾਂ ਲੋੜ ਨਹੀਂ। ਮੈਂ ਤਾਂ ਪਰਮਾਤਮਾ ਨਾਲ ਜੁੜਦਾ ਹਾਂ। ਤੇ ਜਿਸ ਮਨੁੱਖ ਨੇ ਇਹ ਗੱਲ ਸਮਝ ਲਈ ਉਹ ਤਾਂ ਗੁਰੂ ਦੀ ਖੁਸ਼ੀ ਦਾ ਪਾਤਰ ਬਣ ਜਾਏਗਾ। ਅਦਰਵਾਈਜ਼ ਅਨੇਕ ਜੂਨੀ ਭਰਮ ਆਵੇ। ਇਸ ਮਨੁੱਖਾ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਕਈ ਵਾਰੀ ਖੋਤੇ ਜੂਨ ਭੋਗੇਗਾ, ਕਾਂ ਦੀ ਜੂਨ ਭੋਗੇਗਾ, ਬਾਂਦਰ ਦੀ ਭੋਗੇਗਾ, ਸਰਪ ਦੀ ਭੋਗੇਗਾ। ਅਨੇਕਾਂ ਜੂਨਾਂ ਦੇ ਵਿੱਚ ਮਨੁੱਖ ਇਸ ਮਨੁੱਖਾ ਸਰੀਰ ਵਿੱਚ ਰਹਿੰਦਾ ਹੋਇਆ ਅਨੇਕਾਂ ਵਾਰੀ ਜੂਨਾਂ ਵਿੱਚ ਭਟਕਦਾ ਰਹੇਗਾ। ਮਨਮੁਖ ਗਰਭ ਜੋਨੀ ਨਿਤ ਪੌਂਦਾ ਜੀਓ। ਮਨਮੁਖ ਜਿਹੜਾ ਰੋਜ਼ ਹੀ ਗਰਭ ਜੂਨ ਵਿੱਚ ਪੈ ਰਿਹਾ ਹੈ। ਅਨੇਕ ਜੂਨੀ ਭਰਮ ਆਵੇ ਵਿਣ ਸਤਿਗੁਰ ਮੁਕਤ ਨਾ ਪਾਏ। ਗੁਰੂ ਦੇ ਸ਼ਬਦ ਤੋਂ ਬਿਨਾਂ ਵਿਸ਼ੇ ਵਿਕਾਰਾਂ ਤੋਂ ਖਲਾਸੀ ਨਹੀਂ ਮਿਲ ਸਕਦੀ, ਆਤਮਿਕ ਆਨੰਦ ਪ੍ਰਾਪਤ ਨਹੀਂ ਹੋਏਗਾ। ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਕਹਿੰਦੇ ਨੇ ਭਾਈ ਫਿਰ ਇਹੀ ਤਰੀਕਾ ਹੈ ਵਿਸ਼ੇ ਵਿਕਾਰਾਂ ਤੋਂ ਮੁਕਤ ਹੋਣ ਦਾ ਕਿ ਮਨੁੱਖ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਭਾਵ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਏ, ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਸ਼ੁਰੂ ਕਰੇ। ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ। ਜਦੋਂ ਗੁਰੂ ਆਪਣੇ ਸ਼ਬਦ ਦੇ ਨਾਲ ਜੋੜ ਦੇਵੇ ਤਾਂ ਉਹ ਮਨੁੱਖ ਆਤਮਿਕ ਆਨੰਦ ਪ੍ਰਾਪਤ ਕਰ ਸਕਦਾ ਹੈ। ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ। ਪਾਤਸ਼ਾਹ ਕਹਿੰਦੇ ਨੇ ਭਾਈ ਇਹ ਗੱਲ ਵਿਚਾਰ ਕਰਕੇ ਵੇਖ ਲਓ, ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਵਸਾਉਣ ਤੋਂ ਬਿਨਾਂ ਕਿਸੇ ਮਨੁੱਖ ਨੂੰ ਆਤਮਿਕ ਆਨੰਦ ਪ੍ਰਾਪਤ ਨਹੀਂ ਹੋਇਆ, ਵਿਸ਼ੇ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਨਹੀਂ ਹੋਈ। ਜਿਹਨੂੰ ਹੋਇਆ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਹੀ ਗੁਰੂ ਦੀ ਖੁਸ਼ੀ ਪ੍ਰਾਪਤ ਹੋਈ ਹੈ। ਬਹੁਤ ਧੰਨਵਾਦ ਜੀ ਭਾਈ ਸਾਹਿਬ। ਅਗਲੀ ਪੌੜੀ ਵਿੱਚ ਗੁਰੂ ਸਾਹਿਬ ਕੀ ਹਦਾਇਤ ਕਰਦੇ ਨੇ ਇਸ ਬਾਰੇ ਅਸੀਂ ਅਗਲੇ ਹਫਤੇ ਸਾਂਝ ਪਾਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਕਿਸੇ ਵਜ੍ਹਾ ਨਾਲ ਜੇਕਰ ਤੁਸੀਂ ਇਹ ਪ੍ਰੋਗਰਾਮ ਨਹੀਂ ਦੇਖ ਸਕੇ ਤਾਂ youtube.com/harpreet singh show ਤੇ ਜਾ ਕੇ ਇਹ ਸਾਰੇ ਐਪੀਸੋਡਸ ਦੇਖ ਸਕਦੇ ਹੋ। ਜ਼ਰੂਰ ਗੁਰਬਾਣੀ ਦੀ ਜਿੱਥੇ ਅਸੀਂ ਗੱਲ ਕਰਦੇ ਹਾਂ, ਜਿੱਥੇ ਆਪ ਸਮਝ ਰਹੇ ਹਾਂ, ਆਪਣੇ ਬੱਚਿਆਂ ਨੂੰ ਵੀ ਜ਼ਰੂਰ ਜੋੜੀਏ, ਕਿਉਂਕਿ ਜੇਕਰ ਅਸੀਂ ਆਪਣੀ ਨਵੀਂ ਜਨਰੇਸ਼ਨ ਨੂੰ ਜੋ ਸਿੱਖ ਵੇ ਆਫ ਲਾਈਫ ਨਾਲ ਨਹੀਂ ਜੋੜ ਸਕਾਂਗੇ ਤਾਂ ਕਿਵੇਂ ਅਸੀਂ ਸਿੱਖੀ ਨੂੰ ਅੱਗੇ ਚਲਾ ਸਕਾਂਗੇ। ਪ੍ਰੋਗਰਾਮ ਦੀ ਸਮਾਪਤੀ ਹੈ ਜੀ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।